ਹਾਂਜੀ, ਹਾਲੇਲੂਇਆ। ਪਰਮੇਸ਼ਰ ਦੀ ਮਿਹਰ ਹੋਵੇ, ਉਸੇ ਦੇ ਨਾਲ ਇਹ ਲੜੀ ਆ। ਪਰਮੇਸ਼ਰ ਦੀ ਦਇਆ ਦੇ ਨਾਲ ਇਹ ਨੰਬਰ 2 ਪਾਰਟ ਆ। ਹੁਣ ਨੰਬਰ 2 ਪਾਰਟ ਹੁਣ ਚੱਲੂਗਾ, ਇਹ ਸਮਝੌਤੇ ਵਾਲਾ, ਸਮਝਣ ਵਾਲਾ, ਗਿਆਨ ਵਾਲਾ, ਪਰਮੇਸ਼ਰ ਦੇ ਵਾਲਾ, ਕਿ ਅਸੀਂ ਕਿਸ ਤਰ੍ਹਾਂ ਚੱਲਣਾ। ਜਿਵੇਂ ਤੁਹਾਨੂੰ ਪਹਿਲੇ 'ਚ ਕਿਹਾ ਕਿ ਡੈਰਕ ਪ੍ਰਿੰਸ ਨੂੰ ਕੱਢੋ, ਡੈਰਕ ਪ੍ਰਿੰਸ ਮਿਨਿਸਟਰੀ ਨੂੰ, ਅਤੇ ਉਹਨੂੰ ਸੁਣਨਾ ਸ਼ੁਰੂ ਕਰੋ। ਜਿਨ੍ਹਾਂ ਨੂੰ ਆਉਂਦੀ ਹਿੰਦੀ, ਉਹ ਹਿੰਦੀ 'ਚ ਕੱਢ ਲੈਣ। 2 ਕਰਸ ਵਾਲੀਆਂ ਕਰਸ ਪਾ ਦਿਓ ਨਾਲ, ਕਰਸ। ਅਤੇ ਜਿਨ੍ਹਾਂ ਨੂੰ ਨਹੀਂ, ਉਹ ਇੰਗਲਿਸ਼ ਵਾਲੀਆਂ ਕੱਢ ਲੈਣ। ਇਹ ਦੋਨਾਂ ਦਾ ਹੀ ਇਸ ਤਰ੍ਹਾਂ ਕਾਫੀ ਖੁਲਾਸਾ ਤੁਹਾਡਾ ਹੋਊਗਾ। ਅਤੇ ਜਦੋਂ ਨਹੀਂ ਪੂਰੀ ਸਮਝ ਲੱਗੂਗੀ, ਅਤੇ ਹੁਣ ਮੈਂ ਥੋੜ੍ਹਾ ਥੋੜ੍ਹਾ ਸ਼ੁਰੂ ਕਰੂੰਗੀ ਸਮਝਾਉਣ ਦੇ ਲਈ। ਆਈਡੀਆ ਮਾੜਾ ਜਿਹਾ ਦੇ ਰਹੀ ਅੱਜ ਮੈਂ, ਸਿਰਫ ਆਈਡੀਆ। ਫਿਰ ਮੈਂ ਬੈਠ ਕੇ ਚੰਗੀ ਤਰ੍ਹਾਂ ਤੁਹਾਨੂੰ ਕਰਕੇ ਦਿਖਾਊਂਗੀ, ਐਨ ਐਕਟਿੰਗ ਪੂਰੀ, ਕਿ ਕਿੱਦਾਂ ਕਰਨੀ ਆ। ਪੂਰੀ ਸੱਚੀ ਐਕਟਿੰਗ, ਝੂਠੀ ਨਹੀਂ। ਇੱਕ ਤਾਂ ਐਕਟਿੰਗ ਹੁੰਦੀ ਆ ਦਿਖਾਵੇ ਦੀ, ਨਹੀਂ, ਸੱਚੀ ਮੁੱਚੀ ਤੁਸੀਂ ਕਿੱਦਾਂ ਕਰਨਾ ਆ, ਅਤੇ ਕਿੱਦਾਂ ਇਹ ਭੋਜਨ ਤਿਆਰ ਹੋਣਾ ਹੈ, ਅਤੇ ਕਿੱਦਾਂ ਫਿਰ ਸਰਾਫ ਜਿਹੜੇ ਤਾਂ ਘੱਟ ਹੋਣੇ। ਪਰਮੇਸ਼ਰ ਦਾ ਬਚਨ ਉਹੋ ਹੀ ਆ, ਉਹੋ ਹੀ ਪਰਮੇਸ਼ਰ ਦਾ ਬਚਨ ਵਿਧੀ ਦੇ ਨਾਲ ਕੀਤਾ ਜਾਵੇ ਜਦੋਂ, ਅਤੇ ਫਿਰ ਉਹ ਪੂਰਾ ਕੰਮ ਕਰਦਾ ਆ। ਵਿਧੀ ਦੇ ਨਾਲ ਦਾਲ ਸਬਜ਼ੀ ਬਣਦੀ ਆ ਤਾਂ ਸਵਾਦ ਹੁੰਦੀ ਆ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਕਿਹਾ, ਗਲਾਤੀਆ 3:13 ਦੇ ਵਿੱਚ ਲਿਖਿਆ, ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾਂ ਦੇ ਸਰਾਪ ਤੋਂ ਛਡਾਇਆ। ਸਾਡੇ ਲਈ ਸਰਾਫੀ ਬਣਿਆ। ਲਿਖਿਆ ਹੋਇਆ ਸਰਾਫੀ ਹੈ ਹਰੇਕ ਜਿਹੜਾ ਰੁੱਖ 'ਤੇ ਟੰਗਿਆ ਹੋਇਆ, ਅਤੇ ਅਬਰਾਹਿਮ ਦੀ ਬਰਕਤ ਮਸੀਹ ਯਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ, ਤਾਂ ਜੋ ਅਸੀਂ ਆਤਮਾ ਦੇ ਵਿੱਚ ਬਚਨ ਨੂੰ ਨਿਸ਼ਚਾ ਰਾਹੀਂ ਪ੍ਰਾਪਤ ਕਰੀਏ। ਆਤਮਾ ਦੇ ਵਿੱਚ ਨਿਸ਼ਚਾ, ਪ੍ਰੇਮ ਅੰਦਰੋਂ ਹੋਵੇ, ਤਾਂ ਅਸੀਂ ਉਹਨੂੰ ਪ੍ਰਾਪਤ ਕਰ ਸਕੀਏ। ਇਸ ਕਰਕੇ ਦੂਸਰੀ ਗੱਲ ਇਹ ਆ ਕਿ ਕਿਸ ਤਰ੍ਹਾਂ ਦੇ ਸਾਡੇ ਉੱਤੇ ਜਿਹੜੇ ਪਰਮੇਸ਼ਰ ਦੇ ਜਿਹੜੀਆਂ ਇਹ ਵਿਧੀਆਂ ਆ, ਪਰਮੇਸ਼ਰ ਦਾ ਜਿਹੜਾ ਸੱਜਾ ਹੱਥ ਅਤੇ ਖੱਬਾ ਹੱਥ। ਸਭ ਤੋਂ ਵੱਡੀ ਗੱਲ ਇਹ ਆ ਕਿ ਪਰਮੇਸ਼ਰ ਦਾ ਸੱਜਾ ਹੱਥ ਜਿਹੜਾ ਆ, ਉਹ ਅਸ਼ੀਰਵਾਦ ਦਿੰਦਾ, ਅਤੇ ਖੱਬੇ ਹੱਥ ਨਾਲ ਸਰਾਫ। ਇਸ ਗੱਲ ਨੂੰ ਯਕੀਨਨ ਤੌਰ 'ਤੇ ਸਾਨੂੰ ਮੰਨਣਾ ਪਊਗਾ। ਯਸ਼ਾਇਆ 62 ਚੈਪਟਰ ਕੱਢਿਓ, 8 ਆਇਤ ਨੂੰ ਪੜ੍ਹਿਓ। ਯਹੋਵਾ ਨੇ ਆਪਣੇ ਸੱਜੇ ਹੱਥ ਨਾਲ ਅਤੇ ਆਪਣੀ ਬਲਵੰਤ ਭੁਜਾ ਦੇ ਨਾਲ ਸਹੁੰ ਖਾਧੀ। ਸੱਜਾ ਹੱਥ ਕਿਹਾ, ਯਹੋਵਾ ਨੇ ਆਪਣੇ ਸੱਜੇ ਹੱਥ ਨਾਲ ਅਤੇ ਆਪਣੀ ਬਲਵੰਤ ਭੁਜਾ ਦੇ ਨਾਲ, ਭੁਜਾ ਮੀਨ ਬਾਂਹ, ਆਮ, ਸਹੁੰ ਖਾਧੀ। ਕਾਹਦੀ? ਭਈ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਨਹੀਂ ਦੇਵਾਂਗਾ। ਸੱਜਾ ਹੱਥ ਤੇਰੇ ਵੈਰੀਆਂ ਨੂੰ, ਅੱਗੇ ਨੂੰ ਤੇਰਾ, ਤੇਰੇ ਵੈਰੀਆਂ ਨੂੰ ਤੇਰਾ ਭੋਜਨ ਕਰਨ ਲਈ ਕਦੀ ਨਾ ਦਊਂਗਾ। ਕਿ ਤੇਰਾ ਬੀਜਿਆ ਵੱਢ ਕੇ ਸ਼ੈਤਾਨ, ਸਾਡੀ ਪ੍ਰਾਰਥਨਾ ਰਾਹ 'ਚ ਹੀ ਰਹਿ ਜਾਵੇ, ਤੇ ਸ਼ੈਤਾਨ ਰਾਹ 'ਚ ਹੀ ਖਾ ਜਾਵੇ, ਪਹੁੰਚਣ ਹੀ ਨਾ ਦੇਵੇ। ਉਹ ਆ ਸਾਡਾ ਵੈਰੀ। ਇੱਥੇ ਲੋਕਾਂ ਨੂੰ ਵੈਰੀ ਨਾ ਬਣਾ ਕੇ ਸੋਚ ਲਿਓ ਵੀ ਸਾਡਾ ਉਹ ਵੈਰੀ, ਸਾਡਾ ਉਹ ਵੈਰੀ। ਕੋਈ ਵੈਰੀ ਨਹੀਂ ਸਾਡਾ ਸ਼ੈਤਾਨ ਵੈਰੀ ਆ। ਸਾਡੀ ਪ੍ਰਾਰਥਨਾ ਨੂੰ ਰਾਹ 'ਚ ਹੀ ਖਾ ਜਾਂਦਾ। ਸਾਡਾ ਹੰਕਾਰ ਵੈਰੀ ਆ, ਸਾਡਾ ਕ੍ਰੋਧ ਵੈਰੀ ਆ, ਸਾਡੀ ਆਲੂਤਰੀ ਜੀਵ ਵੈਰੀ ਆ, ਸਾਡੀ ਜਲਸ ਵੈਰਨੇ ਆ। ਤੋ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਕਰਨ ਲਈ ਮੈਂ ਕਦੀ ਨਾ ਦੇਵਾਂਗਾ। ਕਿੱਦਾਂ ਕਿਹਾ ਪਰਮੇਸ਼ਰ ਨੇ? ਆਪਣੇ ਸੱਜੇ ਹੱਥ ਨਾਲ, ਸੱਜੀ ਪੂਜਾ ਨਾਲ ਕਸਮ ਖਾਧੀ, ਸਹੁੰ ਖਾਧੀ। ਵਾਹ ਵਾਹ ਵਾਹ। ਚੰਗੀ ਤਰ੍ਹਾਂ ਇਹਨੂੰ ਪੜ੍ਹੋ, ਚੰਗੀ ਤਰ੍ਹਾਂ ਦੇਖਿਓ ਕਿ ਸੱਜਾ ਹੱਥੀ ਕਿਉਂ, ਖੱਬਾ ਕਿਉਂ ਨਹੀਂ। ਦੇਖੋ ਫਿਰ 45 ਯਸ਼ਾਇਆ ਕੱਢੋ, ਚੈਪਟਰ 45, ਚੈਪਟਰ 45 ਆਇਤ ਪਹਿਲੀ ਤੋਂ ਸ਼ੁਰੂ ਕਰੋ ਪੜ੍ਹਨਾ। ਯਹੋਵਾ ਆਪਣੇ ਮੱਸਾ ਕੀਤੇ ਹੋਏ ਖੋਰਸੂ ਨੂੰ ਇਉਂ ਆਖਦਾ ਹੈ। ਯਹੋਵਾ ਆਪਣੇ ਮੱਸਾ ਕੀਤੇ ਹੋਏ ਖੋਰਸੂ ਨੂੰ ਇਉਂ ਆਖਦਾ ਹੈ। ਇਹ ਜਿਹੜੀਆਂ ਮੈਂ ਆਇਤਾਂ ਬੋਲ ਰਹੀ ਹਾਂ ਨਾ, ਇਹ ਹਿਰਦੇ 'ਤੇ ਲਿਖਣੀਆਂ ਆ। ਇਹ ਜ਼ਬਾਨੀ ਕੰਠ ਹੋਣੀਆਂ ਚਾਹੀਦੀਆਂ ਆ।
ਅੱਖਾਂ ਹੋਣ ਬੰਦ, ਸੱਜਾ ਹੱਥ ਖੱਬਾ ਹੱਥ, ਸੱਜਾ ਹੱਥ ਖੱਬਾ ਹੱਥ, ਤਲਵਾਰਾਂ ਚਲਾਉਣੀਆਂ ਆਪਾਂ ਦੋ ਫੜ ਕੇ। ਜੇ ਭਾਈ ਛੁੱਟਣਾ ਆ ਤਾਂ ਸੌਖਾ ਨਹੀਂ ਛੁੱਟਣਾ, ਲੜਨਾ ਪੈਂਦਾ ਆ ਵੈਰੀ ਨਾਲ, ਇੱਦਾਂ ਲੜਨਾ ਪੈਂਦਾ। ਸੱਜੇ ਹੱਥ ਨਾਲ ਜੋ ਵਾਹਨ ਚਲਾਉਣਾ, ਖੱਬੇ ਹੱਥ ਨਾਲ ਵਾਹਨ ਚਲਾਉਣਾ, ਹਥਿਆਰ ਚਲਾਉਣਾ, ਦੋਨੋਂ ਹੀ ਜ਼ਬਰਦਸਤ ਵਾਹਨ ਆ, ਜ਼ਬਰਦਸਤ ਆਸ਼ੀਰਵਾਦਾਂ ਨਾਲ। ਅਤੇ ਜ਼ਬਰਦਸਤ ਜਿਹੜਾ ਆ ਨਾ ਸਰਾਫਾਂ ਵਾਲਾ ਵੀ ਆ, ਇਹ ਵੀ ਜ਼ਬਰਦਸਤ ਆ। ਬਚਨ ਵਿੱਚ ਲਿਖਿਆ, ਮੈਂ ਡੈਰਕ ਪ੍ਰਿੰਸ ਕੋਲੋਂ ਸੁਣਿਆ ਸੀ ਕਿ ਦਾਊਦ ਨੇ ਜਦੋਂ ਜੰਗ ਦੇ ਵਿੱਚ ਸ਼ਾਉਲ ਰਾਜਾ ਹਾਰ ਗਿਆ, ਆਪਣੀ ਤਲਵਾਰ ਉਹਦੇ ਖੁੱਭ ਗਈ ਤਾਂ ਉੱਥੇ ਹੀ ਉਹ ਟੰਗਿਆ ਗਿਆ, ਕਿਉਂਕਿ ਦਾਊਦ ਨੂੰ ਮਾਰਨ 'ਤੇ ਤੁਲਿਆ ਪਿਆ ਸੀ, ਜਿਹਨੇ ਉਹਦੇ ਨਾਲ ਇੰਨੇ ਪਰਉਪਕਾਰ ਕੀਤੇ ਸੀ। ਉਹ ਦਾਊਦ ਨੂੰ ਹੀ ਮਾਰਨ 'ਤੇ ਤੁਲਿਆ ਸੀ, ਪਰ ਉੱਥੇ ਉਹ ਜੰਗ ਦੇ ਵਿੱਚ ਹਾਰਿਆ। ਅਜ਼ਰੇਲ ਦੀਆਂ ਫੌਜਾਂ ਹਾਰ ਗਈਆਂ ਵੈਰੀ ਦੇ ਹੱਥੋਂ। ਕਿਉਂ? ਕਿ ਸ਼ਾਉਲ ਰਾਜਾ ਪਰਮੇਸ਼ਰ ਦੇ ਕਹੇ ਅਨੁਸਾਰ ਨਹੀਂ ਸੀ ਚੱਲਦਾ, ਤੇ ਦਾਊਦ ਜਿਹੜਾ ਸੀ ਉਹ ਪਰਮੇਸ਼ਰ ਦੇ ਕਹੇ ਅਨੁਸਾਰ ਚੱਲਣ ਵਾਲਾ ਪਿਆਰਾ ਬੱਚਾ ਸੀ, ਜਿਹਦੀ ਕੁੱਲ ਨੂੰ ਪਰਮੇਸ਼ਰ ਨੇ ਭਾਗ ਲਾਇਆ। ਤੇ ਜੀਰੀਓ ਦੇ ਪਹਾੜਾਂ ਦੇ ਉੱਤੇ, ਗਲੀਬੋ ਦੇ ਪਹਾੜਾਂ ਤੇ ਇਹ ਵਾਰਤਾ ਜਦੋਂ ਹੋਈ, ਤੇ ਉਹਨਾਂ ਨੇ, ਜਿਨ੍ਹਾਂ ਨੇ ਦੇਖਿਆ ਮਸੰਦੀਆਂ ਨੇ ਵੀ ਮਰ ਗਿਆ ਸ਼ਾਉਲ ਰਾਜਾ, ਤੇ ਆਣ ਕੇ ਦਾਊਦ ਨੂੰ ਦੱਸਿਆ। ਦਾਊਦ ਕਿਧਰੇ ਹੋਰ ਲੁਕਿਆ ਪਿਆ ਸੀਗਾ, ਕਿਉਂਕਿ ਜੰਗ ਜਾਰੀ ਸੀ, ਤੇ ਕਿਹਾ ਕਿ ਇਸ ਤਰ੍ਹਾਂ ਸ਼ਾਉਲ ਰਾਜਾ ਮਾਰਿਆ ਗਿਆ, ਤੇ ਫੌਜ ਸਾਰੀ ਹੁਣ ਹਾਰ ਗਈ। ਤੇ ਦਾਊਦ ਰਾਜੇ ਨੇ ਆਪਣੇ ਕੱਪੜੇ ਪਾੜ ਸਿੱਟੇ, ਧਾਹਾਂ ਮਾਰ ਕੇ ਰੋਣ ਲੱਗ ਪਿਆ, ਤੇ ਕਿਹਾ, ਹੇ ਗਲੀਬੀਓ ਦੇ ਪਹਾੜੋ, ਤੁਹਾਡੇ ਤੇ ਤਰੇਲ ਤੱਕ ਨਾ ਪਵੇ, ਤੁਹਾਡੇ ਕੋਈ ਫਸਲ ਨਾ ਹੋਵੇ, ਕਿਉਂਕਿ ਮੇਰੇ ਪਰਮੇਸ਼ਰ ਦੀ ਸਾਜੀ ਹੋਈ ਅਜ਼ਰੇਲੀਆਂ ਦੀ ਫੌਜ ਜਿਹੜੀ ਉਹ ਹਾਰ ਗਈ। ਉਹ ਤਲਵਾਰ ਠੰਡੀ ਪੈ ਗਈ, ਉਹ ਤਲਵਾਰ ਭੱਜ ਗਈ। ਹਾਲਾਂਕਿ ਉਹ ਦਾਊਦ ਦਾ ਵੈਰੀ ਸੀ, ਦਾਊਦ ਖੁਸ਼ ਨਹੀਂ ਹੋਇਆ ਕਿ ਮੇਰਾ ਵੈਰੀ ਮਰ ਗਿਆ, ਪਰ ਜਿਹੜੇ ਉਹਨੂੰ ਦੱਸਣ ਆਏ ਉਹਨਾਂ ਦੇ ਦਿਮਾਗ ਵਿੱਚ ਇਹ ਸੀ ਕਿ ਦਾਊਦ ਇਹਦੀ ਬੁੱਧੀ ਇੰਨੀ ਕਿ ਉਹ ਇਹਦਾ ਵੈਰੀ ਇਹ ਰੋਣ ਲੱਗਾ ਉਹਨੂੰ ਧਾਹਾਂ ਮਾਰ ਮਾਰ ਕੇ, ਪਰ ਉਹ ਉਹਦੇ ਲਈ ਨਹੀਂ ਸੀ ਰੋਂਦਾ, ਉਹ ਰੋਂਦਾ ਸੀ ਅਜ਼ਰੇਲ ਲਈ। ਅਜ਼ਰੇਲ ਕਿਉਂ ਹਰਿਆ? ਪਰ ਅਜ਼ਰੇਲ ਕਿਉਂ ਹਰਿਆ? ਕਿਉਂਕਿ ਅਜ਼ਰੇਲ ਇਸ ਕਰਕੇ ਉੱਥੇ ਹਰਿਆ ਸੀ, ਜਿਹੜੀ ਬਿਲਾਮ ਨਬੀ ਨੇ ਇਹਨਾਂ ਨੂੰ ਭੈੜੀ ਸਿੱਖਿਆ ਦਿੱਤੀ ਸੀ ਕਿ ਇੱਦਾਂ ਦੀ ਚੀਜ਼ ਇਹਨਾਂ ਦੇ ਵਿੱਚ ਵਾੜ ਦਿਓ ਤੇ ਬਸ ਫਿਰ ਇਹਨਾਂ 'ਤੇ ਜਿੱਤ ਪਾ ਸਕੋਗੇ। ਇੱਦਾਂ ਦੀ ਉਹਨਾਂ ਦੇ ਵਿੱਚ ਇਹ ਚੀਜ਼ ਆ ਗਈ ਸੀ ਸ਼ਾਉਲ ਰਾਜੇ ਦੇ। ਤੇ ਜਦੋਂ ਅਗਵਾਈ ਮਾੜਾ ਹੋਵੇ ਤਾਂ ਫਿਰ ਫੌਜ ਕੀ ਕਰ ਸਕਦੀ ਆ? ਫੌਜ ਵੀ ਨਾਲ ਮਾੜੀ ਹੋਣੀ ਆ। ਤੇ ਦਾਊਦ ਰਾਜੇ ਨੇ ਬਹੁਤ ਰੋਇਆ ਤੇ ਪਿੱਟਿਆ, ਕੱਪੜੇ ਪਾੜੇ, ਕਈ ਦਿਨ ਕੁਝ ਖਾਧਾ ਨਹੀਂ, ਇੰਨਾ ਸੋਗ ਮਨਾਇਆ ਤੇ ਕਿਹਾ, ਗਲੀਬੋ ਦੇ ਪਹਾੜੋ, ਤੁਹਾਡੇ ਤੇ ਕੱਖ ਨਾ ਹੋਵੇ। ਡੈਰਕ ਪ੍ਰਿੰਸ ਜੀ ਕਹਿੰਦਾ ਵੀ ਅੱਜ 3000 ਸਾਲ ਤੋਂ ਉੱਪਰ ਹੋ ਗਿਆ ਆ, ਉੱਥੇ ਅੱਜ ਤੱਕ ਸਰਾਫ ਪਿਆ, ਅੱਜ ਤੱਕ ਵੀ ਉੱਥੇ ਕੱਖ ਨਹੀਂ ਹੋ ਰਿਹਾ। ਇਹਨੂੰ ਕਹਿੰਦੇ ਸਰਾਫ। ਦਾਊਦ ਨੇ ਸਰਾਫ ਦਿੱਤਾ, ਮੂੰਹ ਦੇ ਵਿੱਚੋਂ ਜੋ ਦਾਊਦ ਦੇ ਨਿਕਲ ਗਿਆ। ਕਈ ਇੱਦਾਂ ਦੇ ਮਜ਼ਬੂਤ ਸਰਾਫ ਹੁੰਦੇ ਆ, ਉਹਨਾਂ ਨੂੰ ਜਿੰਨਾ ਚਿਕਰ ਤੋੜਿਆ ਨਾ ਜਾਵੇ, ਜਿੰਨਾ ਚਿਕਰ ਖੰਡਨ ਨਾ ਕੀਤਾ ਜਾਵੇ ਵਿਧੀ ਦੇ ਨਾਲ, ਉਹ ਨਹੀਂ ਟੁੱਟਦੇ ਪ੍ਰੇਮੀਓ, ਉਹ ਨਹੀਂ ਟੁੱਟਦੇ। ਉਹ ਦੁਹਾਈ ਦੇ ਕੇ ਇਹ ਚੀਜ਼ਾਂ ਦੱਸਦਾ ਪਿਆ। ਸਾਡੇ ਹੱਡਾਂ 'ਚ ਦੁੱਖ ਕਈ ਸਰਾਫਾਂ ਤੋਂ ਬੜੇ ਆ। ਜਿੱਦਾਂ ਸਾਡੀ ਜਨਰੇਸ਼ਨ 'ਚ ਸ਼ੂਗਰ ਆ ਰਹੀ ਆ, ਹਾਈ ਬਲੱਡ ਪ੍ਰੈਸ਼ਰ ਆ ਰਿਹਾ ਆ, ਮੌਤ ਪੁੱਤ ਦੀ ਇੰਨੀ, ਪੇ ਦੀ ਦਾਦੇ ਦੀ ਇੰਨੀ ਉਮਰ 'ਚ ਹੋਈ ਸੀ, ਪੁੱਤ ਦੀ ਇੰਨੀ ਉਮਰ 'ਚ ਹੋ ਗਈ, ਫਿਰ ਗਾਂ ਪੋਤੇ ਦੀ ਇੰਨੀ ਉਮਰ 'ਚ ਹੋ ਗਈ। ਉਹ ਸਰਾਫ ਆ, ਉਹ ਕਰਸ ਆ। ਪਹਿਲਾਂ ਇੱਕ ਦਾ ਡਿਵੋਰਸ ਸੀ ਬੀਬੀ ਦਾ, ਫਿਰ ਦੂਜੀ ਦਾ ਹੋ ਗਿਆ, ਹੁਣ ਤੀਜੀ ਦਾ। ਡਿਵੋਰਸਾਂ ਦੀ ਕਰਸ ਆ ਰਹੇ ਆ। ਇੱਕ ਪੁੱਤ ਦਾ ਹੋ ਗਿਆ, ਦੂਜੇ ਦਾ ਆ ਗਿਆ, ਤੀਜੇ ਵਿਆਹ ਕਰਦੇ ਡਿਵੋਰਸ, ਵਿਆਹ ਕਰਦੇ ਫਿਰ ਡਿਵੋਰਸ। ਕਾਰਨ ਕੀ ਹੁੰਦੇ? ਦੋਨੋਂ ਹੀ ਬੜੇ ਚੰਗੇ ਆ, ਪਰ ਕਾਰਨ ਐਸੇ ਬਣ ਜਾਂਦੇ ਆ, ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਝਗੜਾ ਕਲਾ ਬਣ ਕੇ
ਆਉਂਦਾ ਆ ਸਰਾਫ, ਕਿਉਂਕਿ ਉਹ ਸਰਾਫ ਜਿਹੜੇ ਆ ਉਹ ਆਪਣਾ ਕੰਮ ਕਰਦੇ ਆ ਤੇ ਉਹ ਉਹਨਾਂ ਚਿਕਰ ਖੰਡੇ ਨਹੀਂ ਜਾਂਦੇ ਜਿੰਨਾ ਚਿਕਰ ਖੰਡਣ ਵਾਲੀਆਂ ਵਿਧੀਆਂ ਦੇ ਨਾਲ ਪਰਮੇਸ਼ਰ ਦੇ ਸੱਜੇ ਵਾਹਨ ਤੇ ਖੱਬੇ ਵਾਹਨ ਦੇ ਨਾਲ ਨਾ ਕੱਟੇ ਜਾਣ ਤੇ ਉਹਨਾਂ ਪਰਮੇਸ਼ਰ ਦੇ ਕਹੇ ਅਨੁਸਾਰ ਕਦਮਾਂ ਦੇ ਉੱਤੇ ਨਾ ਤੁਰਿਆ ਜਾਵੇ, ਉਹ ਨਹੀਂ ਉਹ ਕੱਟ ਹੁੰਦੇ। ਤੇ ਅੱਜ ਤੱਕ ਉਹਨਾਂ ਪਹਾੜਾਂ ਤੇ ਕੁਛ ਨਹੀਂ ਹੋ ਰਿਹਾ। ਜਿੰਨਾ ਚਿਕਰ ਉੱਥੋਂ ਕੋਈ ਕਰਸ ਤੋੜਨ ਲਈ ਕੋਈ ਪ੍ਰਭੂ ਦਾ ਦਾਸ ਨਾ ਜਾਵੇ ਤੇ ਉਹਨੂੰ ਨਾ ਕੱਟੇ ਤੇ ਉਹਨਾਂ ਚਿਕਰ ਉਹ ਕੱਟੇ ਨਹੀਂ ਹੋ ਜਾਣੇ। ਆਪਾਂ ਜਦੋਂ ਰਲ ਕੇ ਪ੍ਰਾਰਥਨਾ ਵੀ ਕਰਿਆ ਕਰਾਂਗੇ ਨਾ, ਆਪਾਂ ਇਸੇ ਵਿਸ਼ੇ ਦੀਆਂ ਪ੍ਰਾਰਥਨਾ ਕਰਿਆ ਕਰਨੀਆਂ। ਬਾਕੀ ਤਾਂ ਪ੍ਰਾਰਥਨਾ ਹੋਰ ਬਥੇਰੀਆਂ ਹੀ ਚੱਲ ਰਹੀਆਂ ਆ। ਇੱਕ ਇਹ ਅਨੋਖੀ ਪ੍ਰਾਰਥਨਾ ਆਪਣੀ ਹੋਇਆ ਕਰੂਗੀ, ਇੱਕ ਆਪਣੀ ਟੀਮ ਬਣੂਗੀ ਜਿਹਦੇ ਤੇ ਇੱਦਾਂ ਦੀਆਂ ਅਨੋਖੀਆਂ ਪ੍ਰਾਰਥਨਾ ਐਸੇ ਢੰਗ ਦੀਆਂ ਹੋਣਗੀਆਂ ਜਿਹਦੇ ਨਾਲ ਸਾਡੇ ਕਰਸ ਕੱਟੇ ਜਾਣ। ਸਾਡੇ ਕਰਸਾਂ ਕਰਕੇ ਸਾਨੂੰ, ਸਰਾਫਾਂ ਕਰਕੇ ਸਾਡੇ ਤੇ ਇਹ ਬਿਮਾਰੀਆਂ ਆ, ਸਰਾਫਾਂ ਕਰਕੇ ਸਾਡੇ 'ਚ ਲੜਾਈਆਂ ਆ, ਸਰਾਫਾਂ ਕਰਕੇ ਸਾਡੇ ਝਗੜੇ ਆ, ਸਰਾਫਾਂ ਕਰਕੇ ਸਾਡੇ ਬੱਚੇ ਘਰੋਂ ਭੱਜ ਜਾਂਦੇ ਆ, ਸਰਾਫਾਂ ਕਰਕੇ ਸਾਡੀ ਪਤੀ ਪਤਨੀ ਦੀ ਬਣਦੀ ਨਹੀਂ। ਇਹ ਸਰਾਫਾਂ ਕਰਕੇ ਆ ਸਭ ਕੁਝ। ਇਹ ਕੋਈ ਮਜ਼ਬੂਤ ਸਰਾਫ ਹੋ ਚੁੱਕੇ ਆ ਜਿਹੜੇ ਮਾੜੇ ਮੋਟੇ ਨਹੀਂ ਗੇ, ਜਿਹੜੇ ਛੇਤੀ ਨਹੀਂ ਲੈਣੇ। ਔਰ ਹੁਣ ਅੱਜ ਛੇਤੀ ਲੈਣ ਵਾਲੀਆਂ ਗੱਲਾਂ ਜਿਹੜੀਆਂ ਇਹ ਬਹੁਤਾ ਚਿਰ ਨਹੀਂ ਲੱਗਣਾ ਲੱਥਣ ਨੂੰ, ਜੇ ਤੁਸੀਂ ਮੰਨ ਗਏ ਵੀ ਵਾਕਿਆ ਹੀ ਗੱਲ ਸਹੀ ਆ, ਵਾਕਿਆ ਹੀ ਗੱਲ ਸਹੀ ਆ। ਤਾਂ ਜਦੋਂ ਇਹ ਚੀਜ਼ ਤਾਂ ਮੈਂ ਤੁਹਾਨੂੰ ਬਚਨ ਇਹਦੇ ਵਿੱਚ ਹੀ ਉਹ ਆਪਣਾ ਸੁਣਾਉਂਦਾ ਆ ਡਾਇਰੈਕਟ ਪ੍ਰਿੰਸ। ਜਦੋਂ ਤੁਸੀਂ ਸੁਣੋਗੇ ਤੇ ਕਾਫੀ ਉਹ ਪੜ੍ਹਨ ਦੇ ਜਾਂ ਸੁਣਨ ਦੇ ਨਾਲ ਤੁਹਾਨੂੰ, ਜਦੋਂ ਇਹ ਪ੍ਰਭੂ ਦੀ ਬੱਚੀ ਤੁਹਾਨੂੰ ਬੀਬੀ ਸੁਣਾਊਗੀ ਤੇ ਫਿਰ ਤੁਹਾਨੂੰ ਆਸਾਨੀ ਸਮਝਣ ਲਈ ਵੀ ਹੋਰ ਆਸਾਨੀ ਹੋ ਜਾਊਗਾ। ਮੈਂ ਹਰ ਚੀਜ਼ ਮੰਗਦੀ ਹਾਂ ਤੁਹਾਨੂੰ ਆਸਾਨੀ ਹੋ ਜਾਵੇ, ਤੁਸੀਂ ਬਹੁਤ ਉੱਚੇ ਉੱਠ ਸਕੋ, ਤੁਸੀਂ ਦੂਜਿਆਂ ਨੂੰ ਉਠਾਉਣ ਵਾਲੇ ਬਣੋ, ਨਾ ਕਿ ਤੁਸੀਂ ਇੱਕੋ ਦੇ ਬੰਦੇ ਦੇ ਤੁਸੀਂ ਅਧੀਨ ਰਹੋ ਕਿ ਆ ਪਾਸਟਰ ਜੀ ਕਰਿਓ ਪ੍ਰਾਰਥਨਾ, ਪਾਰਚੀ ਫਿਰ ਹੈਪਨ ਹੋ ਗਿਆ ਕਰਿਓ ਪ੍ਰਾਰਥਨਾ, ਉਹ ਭੂਤ ਫਿਰ ਆ ਗਿਆ ਕਰਿਓ ਪ੍ਰਾਰਥਨਾ, ਆ ਹੈਪਨ ਹੋ ਗਿਆ ਕਰਿਓ। ਨਹੀਂ, ਤੁਸੀਂ ਖੁਦ ਜਦੋਂ ਕਰਨ ਵਾਲੇ ਹੋ ਗਏ ਨਾ ਫਿਰ ਤੁਹਾਨੂੰ ਤੁਹਾਡਾ ਪਿਤਾ ਵੀ ਉਨਾ ਹੀ ਆ ਜਿੰਨਾ ਮੇਰਾ ਜਾਂ ਜਿੰਨਾ ਹੋਰ ਕਿਸੇ ਸੰਤ ਦਾਸ ਦਾ। ਹਰ ਇੱਕ ਦਾ ਪੇ ਹੀ ਆ, ਚਾਹੇ ਬੱਚਾ ਅੱਜ ਜੰਮਿਆ ਤੇ ਚਾਹੇ ਬੱਚਾ 40 ਸਾਲਾਂ ਦਾ ਆ, ਚਾਹੇ ਬੱਚਾ 50 ਤੇ 60 ਤੇ 17 ਸਾਲਾਂ ਦਾ ਆ। ਪਰ ਪੇਤ ਜਦੋਂ ਅਸੀਂ ਉਹਦੇ ਪੁੱਤ ਧੀਆਂ ਬਣ ਗਏ ਆ, ਸਾਡਾ ਹੱਕ ਓਨਾ ਹੀ ਆ ਉਸ ਪਰਮੇਸ਼ਰ ਤੇ। ਇਹ ਫਰਜ਼ ਸਾਡਾ ਬਣਦਾ ਵੀ ਅਸੀਂ ਯਕੀਨ ਕਰਦੇ ਹਾਂ ਜਾਂ ਕਿ ਨਹੀਂ, ਕਿ ਅਸੀਂ ਆਪਣੇ ਆਪ ਨੂੰ ਜਾਣ ਬੁੱਝ ਕੇ ਹੀ ਨਖਿੱਧ ਸਮਝੀ ਜਾਂਦੇ ਹਾਂ। ਅਸੀਂ ਨਖਿੱਧ ਨਹੀਂ ਹੈਗੇ। ਸੁਣ ਲਿਓ ਸਵਾਰ ਕੇ, ਜਿੱਥੋਂ ਭੋਜਨ ਚੰਗਾ ਆ ਤੁਸੀਂ ਉੱਥੋਂ ਹੀ ਭੋਜਨ ਖਾਣਾ ਆ। ਹਰ ਇੱਕ ਦਾ ਭੋਜਨ ਖਾ ਕੇ ਦੇਖੋ। ਹਰ ਇੱਕ ਹਲਵਾਈ ਨੂੰ ਆਪਣੇ ਵਿਆਹ 'ਤੇ ਸੱਦੋ, ਮਾਂ ਭਾਵ ਦਾ ਤੁਹਾਡੇ ਘਰ ਦੇ ਹਿਰਦੇ ਵਿੱਚ ਵਿਆਹ ਰੱਖੇ ਆ। ਹਰ ਹਲਵਾਈ ਨੂੰ ਸੁਣੋ, ਹਰ ਹਲਵਾਈ ਦਾ ਭਾਵ ਜਿੱਦਾਂ ਕਿ ਦੇਖੋ ਗੁੱਡ ਫੂਡ, ਸਸਤਾ ਫੂਡ ਔਰ ਸਹੀ ਫੂਡ ਮਿਲਦਾ ਹੈ। ਜੇ ਮਿਲਦਾ ਆ ਵਾਧੂ ਆ, ਕਿਸੇ ਦਾ ਵੀ ਸੁਣੋ। ਜ਼ਰੂਰੀ ਨਹੀਂ ਕਿ ਇਹ ਤੁਸੀਂ ਬੀਬੀ ਗੱਲਾਂ ਦੱਸਦੀ ਹੈ ਫਿਰ ਇਹ ਸੀ ਤੇ ਇਹਨੂੰ ਹੀ ਸੁਣਨਾ, ਨਹੀਂ, ਹੋਰ ਵੀ ਸੁਣੋ। ਜਿੱਥੋਂ ਵੀ ਕੋਈ ਪ੍ਰਭੂ ਦਾ ਦਾਸ ਤੁਹਾਨੂੰ ਬਹੁਤ ਵਧੀਆ ਗੱਲਾਂ ਦੱਸਦਾ ਜਿਨ੍ਹਾਂ ਦੇ ਨਾਲ ਸਾਡਾ ਛੁਟਕਾਰਾ ਹੋ ਸਕੇ, ਜਿਹੜਾ ਅੰਦਰੋਂ ਬੋਲੇ, ਜਿਹੜਾ ਅੰਦਰੋਂ, ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਭੇਡਾਂ ਦੇ ਰੂਪ 'ਚ ਨਬੀਆਂ ਤੋਂ ਬਚਿਓ, ਭੇਡਾਂ ਦੇ ਰੂਪ 'ਚ ਆਉਂਦੇ ਆ ਤੇ ਬਘਿਆੜਾਂ ਦੀ ਤਰ੍ਹਾਂ ਖਾ ਜਾਂਦੇ। ਇਹਨਾਂ ਦੇ ਕਰਮਾਂ ਤੋਂ ਤੁਸੀਂ ਇਹਨਾਂ ਨੂੰ ਪਛਾਣੋਗੇ। ਤੇ ਇਹ ਸਾਡੀ ਆਪਣੀ ਬੁੱਧੀ ਕੰਮ ਕਰਨੀ ਚਾਹੀਦੀ ਆ ਕਿ ਅਸੀਂ ਬਚਣਾ ਕਿੱਥੋਂ ਤੇ ਅਸੀਂ ਪਿਆਰ ਕਿਹਦੇ ਨਾਲ ਕਰਨਾ ਆ, ਅਸੀਂ ਸੰਗਤ ਕਿਹਦੀ ਕਰਨੀ ਆ ਤੇ ਕਿਹਦੀ ਨਹੀਂ ਕਰਨੀ। ਪਰ ਜਦੋਂ ਅਸੀਂ ਸੁਣਾਂਗੇ ਸਭ ਨੂੰ ਸਾਨੂੰ ਪਤਾ ਆਪੇ ਲੱਗਣਾ ਚਾਹੀਦਾ ਹੈ। ਪਰਮੇਸ਼ਰ ਕੋਲੋਂ ਮੰਗ ਕਰਨੀ, ਪਰਮੇਸ਼ਰ ਸਾਨੂੰ ਉਹ ਅਕਲ ਦੇਵੋ, ਉਹ ਮਤ ਦੇਵੋ ਜਿਹੜਾ ਅਸੀਂ ਪਛਾਣ ਸਕੀਏ ਤੇ ਅਸੀਂ ਐਸਾ ਨਾ ਹੋਵੇ ਕਿ ਅਸੀਂ ਟੋਏ ਵਿੱਚ ਹੀ ਡਿੱਗ ਪਈਏ। ਐਸਾ ਨਾ ਹੋਵੇ, ਕਿਉਂਕਿ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ। ਤੇ ਪਰਮੇਸ਼ਰ 45 ਯਸ਼ਾਇਆ ਦੇ ਵਿੱਚ ਦੇਖੋ ਜੀ, 45 ਯਸ਼ਾਇਆ ਦੇ ਵਿੱਚ ਆਇਤ ਪਹਿਲੀ ਤੋਂ ਕਹਿੰਦੇ ਆ, ਪਰਮੇਸ਼ਰ ਕਹਿੰਦਾ ਯਹੋਵਾ ਆਪਣੇ ਮੱਸਾ ਕੀਤੇ ਹੋਏ ਖੋਰਸੂ ਨੂੰ ਇਉਂ ਆਖਦਾ ਹੈ। ਇੱਕ ਤਾਂ ਅੱਜ ਤੋਂ ਹੀ ਤੁਸੀਂ ਡਾਇਰੈਕਟ ਪ੍ਰਿੰਸ ਨੂੰ ਕੱਢਣਾ, ਜਦੋਂ ਤੁਹਾਨੂੰ ਆਹ ਵੀਡੀਓ ਮਿਲ ਗਈ ਸਮਝਣਾ ਸ਼ੁਰੂ ਕਰਨਾ। ਤੇ ਇਹ ਜਿਹੜੀਆਂ ਆਇਤਾਂ ਤੁਹਾਨੂੰ ਬੋਲੀਆਂ ਜਾਂਦੀਆਂ ਇਹਨਾਂ ਨੂੰ ਜ਼ਬਾਨੀ ਸਿੱਖਣਾ ਆ। ਜਿੰਨਾ ਜ਼ਿਕਰ ਹਿਰਦੇ ਦੀ ਸਲੇਟ ਦੇ ਉੱਤੇ ਨਾ ਹਿਰਦੇ ਨੂੰ ਸਾਫ਼ ਕਰੋਗੇ ਤਾਂ ਉੱਤੇ ਲਿਖਿਆ ਜਾਊਗਾ ਬਚਨ। ਉਹ ਜਿਹੜਾ ਕੰਮ ਕਰੂਗਾ, ਪੜ੍ਹ ਕੇ ਨਹੀਂ, ਪੜ੍ਹ ਗੱਡੀ ਲੱਦੀਏ ਤੇ ਪੜ੍ਹ ਭਰੀਏ ਸਾਥ, ਪੜ੍ਹ ਲੱਦੀ ਜਾਓ ਗੱਡੀਆਂ।
ਪੜ੍ਹੀਏ ਜੇ ਤੇ ਬਰਸ ਪੜ੍ਹੀਏ ਜੇ ਤੇ ਮਾਸ ਫਿਰ ਲੇਖੇ 'ਚ ਤਾਂ ਇੱਕੋ ਗੱਲ ਪੈਣੀ ਹੈ ਜੇ ਤੁਸੀਂ ਆਪਣੇ ਇੱਥੇ ਲਿਖੋਗੇ ਹਿਰਦੇ ਦੀ ਸਲੇਟ ਤੇ। ਹਿਰਦੇ ਦੀ ਸਲੇਟ ਤੇ ਜ਼ਬਾਨੀ ਕੰਠ ਕਰੋ। ਜਦੋਂ ਜੋਹਾ ਆਪਣੇ ਮੱਸਾ ਕੀਤੇ ਹੋਏ ਖੋਰਸੂ ਨੂੰ ਇਉਂ ਆਖਦਾ ਹੈ, ਕੀ ਕਹਿੰਦਾ ਉਹ? 45 ਯਸ਼ਾਇਆ ਆਇਤ ਪਹਿਲੀ ਤੋਂ, ਤੇ ਤੁਸੀਂ ਇਹਨੂੰ ਜ਼ਬਾਨੀ ਕੰਠ ਕਰਨਾ ਇਸੇ ਤਰ੍ਹਾਂ ਹੀ। ਆਪਣੇ ਖੋਰਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ, ਇੱਥੇ ਸੱਜੇ ਹੱਥ ਦੀ ਮੈਂ ਫੜਿਆ ਤੇ ਕੌਮਾਂ ਨੂੰ ਉਹਦੇ ਹੇਠਾਂ ਕਰ ਦਿਆਂ। ਇਹ ਸਾਰਾ ਪੜ੍ਹਿਓ, ਇਹ ਯਾਦ ਕਰਿਓ। ਫਿਰ ਅੱਗੇ ਇੱਕ ਹੋਰ ਯਸ਼ਾਇਆ ਚੈਪਟਰ 48। ਇਹ ਸਰੀਰ ਜਦੋਂ ਪ੍ਰਾਰਥਨਾ ਕਰਦਾ ਆ ਸਰੀਰ ਪਰਮੇਸ਼ਰ ਦਾ ਉਦੋਂ ਨਹੀਂ ਦੇਖਦਾ, ਕਿਉਂਕਿ ਇਸ ਲਈ YouTube ਤੇ ਗੱਲ ਇਹ ਜਾਣੀ ਆ, ਖੇਡ ਨਹੀਂ ਗੀ ਕਿ ਕੋਈ ਅਕਸ਼ਰ ਤਕਰੀਬਨ ਬਹੁਤ ਸਹੀ ਦੱਸਿਆ ਜਾਵੇ ਤੁਹਾਨੂੰ। ਇਹ ਹੈਗਾ ਯਸ਼ਾਇਆ 48 ਚੈਪਟਰ। ਹੁਣ ਤੁਸੀਂ ਇਹਨੂੰ ਕੱਢੋਗੇ ਤੇ ਇਹਦੇ ਵਿੱਚ ਪੜੋਗੇ, ਹੇ ਯਾਕੂਬ ਮੇਰੇ ਸੱਦੇ ਹੋਏ ਮੇਰੀ ਸੁਣੋ। ਹੇ ਯਾਕੂਬ ਮੇਰੇ ਸੱਦੇ ਹੋਏ ਮੇਰੀ ਸੁਣ, ਮੈਂ ਉਹੀ ਹਾਂ, ਮੈਂ ਆਦਿ ਹਾਂ, ਮੈਂ ਅੰਤ ਹਾਂ। ਮੇਰੇ ਹੱਥ ਨੇ ਧਰਤੀ ਦੀ ਨਿਉ ਰੱਖੀ, ਔਰ ਮੇਰੇ ਸੱਜੇ ਹੱਥ ਨੇ ਆਕਾਸ਼ ਨੂੰ ਫੈਲਾਇਆ। ਧਰਤੀ ਦੀ ਨਿਉ ਰੱਖੀ ਔਰ ਮੇਰੇ ਸੱਜੇ ਹੱਥ ਨੇ ਆਕਾਸ਼ ਨੂੰ ਫੈਲਾਇਆ। ਖੱਬੇ ਨੇ ਨਹੀਂ, ਸੱਜੇ ਨੇ। ਆ ਗਈ ਫਿਰ ਸੱਜੇ ਦੀ ਗੱਲ। ਅੱਜ ਇੱਕ ਵਾਰੀ ਕਹਿ ਕੇ ਦੂਰੀ ਏਰੀਏ ਨੂੰ ਕਰਨਾ ਸਿਖਾ ਕੇ ਦੁਹਰਾਇਆ ਜਾਊਗਾ। ਅੱਜ ਸਿਰਫ ਦੱਸਿਆ ਜਾ ਰਿਹਾ ਸੱਜੇ ਖੱਬੇ ਦਾ ਵੇਰਵਾ ਤੁਹਾਡੇ ਦਿਮਾਗ ਦੇ ਵਿੱਚ ਸਰੋਤਿਆਂ ਦੇ ਜ਼ਰੂਰ ਪ੍ਰੇਮੀਆਂ ਦੇ ਪੈ ਜਾਵੇ। ਮੈਂ ਉਹਨੂੰ ਦੱਸਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ। ਜਦੋਂ ਉਹਨਾਂ ਨੂੰ ਬੁਲਾਉਂਦਾ, ਕਹਿੰਦਾ ਪਰਮੇਸ਼ਰ ਧਰਤੀ ਆਕਾਸ਼ ਨੂੰ ਇੱਕ ਵਾਰੀ ਦੱਸ ਦਿੱਤਾ, ਖੜੇ ਰਹੋ ਇੱਥੇ, ਤੇ ਖੜੇ ਹੋ ਗਏ। ਤੇ ਇੱਕ ਹੀ ਬੰਦਾ ਆ ਨਾ, ਕਹੇ ਅਨੁਸਾਰ ਜਰਾ ਅੱਖੇ ਨਹੀਂ ਲੱਗਦਾ, ਐਡਾ ਬੇਸ਼ਰਮ ਆ ਬੰਦਾ। ਅਸੀਂ ਇੰਨੇ ਬੇਸ਼ਰਮ ਹੋ ਚੁੱਕੇ ਕਿ ਪ੍ਰਭੂ ਦਾ ਕਿਹਾ ਮੰਨਣ ਨੂੰ ਤਿਆਰ ਹੀ ਨਹੀਂ। ਹਰ ਵੇਲੇ ਅੱਖਾਂ ਮੰਗਦੀਆਂ ਦੂਜੀਆਂ ਫਿਲਮਾਂ ਦੇਖਣ ਨੂੰ, ਹਰ ਵੇਲੇ ਕੰਨ ਮੰਗਦੇ ਆ ਸੁਣਨ ਨੂੰ, ਗਲਤ ਸੁਣਨ ਨੂੰ, ਹਰ ਵੇਲੇ ਜੀਭ ਮੰਗਦੀ ਆ ਆਵਾਗੁਣ ਬੋਲਣ ਨੂੰ, ਚੁਗਲੀਆਂ ਕਰਨ ਨੂੰ। ਕੋਈ ਆਖੇ ਲੱਗਣ ਵਾਲੀ ਗੱਲ ਹੀ ਨਹੀਂ ਆਉਂਦੀ। ਪਰਮੇਸ਼ਰ ਸਾਨੂੰ ਕੀ ਕਹਿੰਦਾ ਹੈ? ਤਾਂ ਇੱਥੇ ਮੈਂ ਉਹਨਾਂ ਨੂੰ ਸੱਦਦਾ ਹਾਂ, ਦੱਸ ਦਿੱਤਾ, ਇਕੱਠੇ ਖਲੋ ਜਾਓ। ਧਰਤੀ ਆਕਾਸ਼ ਇਕੱਠੇ ਖੜੇ ਆ। ਉਹ ਆਪਣਾ ਕੰਮ ਕਰੀ ਜਾ ਰਿਹਾ, ਤਣਿਆ ਧਰਤੀ ਆਪਣਾ ਕਰੀ ਜਾ ਰਹੀ। ਕਦੀ ਲੜੇ ਆ? ਕਦੀ ਹੋਈ ਲੜਾਈ? ਕਦੀ ਹੋਈ ਹੈ ਜਿੱਦਬਾਜੀ? ਕਦੀ ਹੋਈ ਉਹਨਾਂ ਦੀ ਤੂੰ ਮੈਂ? ਨੋ। ਉਹ ਹੋਊਗੀ ਕਿਉਂ? ਪਰਮੇਸ਼ਰ ਦੇ ਕਹੇ ਲੱਗ ਰਹੇ। ਸਾਡੀਆਂ ਤੇ ਜਥੇਬੰਦੀਆਂ ਹੀ ਇੰਨੀਆਂ ਕਿ ਇੱਕ ਦੂਜੇ ਨੂੰ ਅਸੀਂ ਸਹਿੰਦੇ ਹੀ ਨਹੀਂ। ਕਰੋ ਤਾਂ ਜਿੰਨੀਆਂ ਮਰਜ਼ੀ, ਪਰ ਇੱਕ ਦੂਜੇ ਦੀ ਹੈਲਪ ਕਰੋ। ਜਿੰਨੇ ਮਰਜ਼ੀ ਗੁਰਦੁਆਰੇ ਖੁੱਲ੍ਹਣ, ਮੰਦਰ ਖੁੱਲ੍ਹਣ, ਚਰਚ ਖੁੱਲ੍ਹਣ, ਜਿੰਨੇ ਵੀ ਆ, ਪਰ ਪਰਮੇਸ਼ਰ ਦਾ ਸੱਚਾ ਰਾਹ ਦੱਸੋ ਤੇ ਇੱਕ ਦੂਜੇ ਦੀ ਮਦਦ ਕਰੋ। ਇੱਕ ਦੂਜੇ ਦੇ ਹੈਕਲਾਂ ਦੇ ਵਿੱਚ ਲੜੋ ਨਾ। ਮੇਰਾ ਵਾਧੂ, ਮੇਰਾ ਵਾਧੂ, ਮੇਰਾ ਵਾਧੂ, ਮੇਰਾ ਵਾਧੂ, ਇੱਦਾਂ ਨਾ ਕਰੋ। ਵਾਧੂ ਤੇ ਕੋਈ ਕਿਹਾ ਪਰਮੇਸ਼ਰ, ਹੋਰ ਕੋਈ ਵਾਧੂ ਹੈ ਨਹੀਂ, ਕੋਈ ਨਹੀਂ ਵਾਧੂ। ਤੇ ਫਿਰ ਆਪਾਂ ਜ਼ਬੂਰ ਦੀ ਗੱਲ ਕਰਦੇ। ਜ਼ਬੂਰ 118 ਚੈਪਟਰ, ਇਹ ਵੀ ਕੱਢੋ। 14, 15, 16 ਤੇ 17 ਆਇਤ ਨੂੰ ਪੜ੍ਹੋ। ਜ਼ਬਾਨੀ ਕੰਠ ਕਰਨੀਆਂ ਹੀ ਆ। ਇਹ ਜਦੋਂ ਆਪਣਾ ਮੀਟਿੰਗ ਚੱਲੂਗੀ ਨਾ, ਬੜੇ ਕਰੜੇ ਇਮਤਿਹਾਨ ਪਰ ਪਰਮੇਸ਼ਰ ਪਾਇਆ ਕਰੂਗਾ, ਜਿੱਥੋਂ ਸਾਡੀ ਜ਼ਿੰਦਗੀ ਸੁਧਰੂਗੀ, ਨਰਕਾਂ ਤੋਂ ਬਚਾਂਗੇ, ਸਹੀ ਰਾਹ ਮਿਲੂਗਾ ਸਾਨੂੰ। ਯਹੋਵਾ ਮੇਰਾ ਬਲ ਹੈ, ਉਹ ਮੇਰਾ ਬਚਾਓ ਹੈ। ਯਹੋਵਾ ਮੇਰਾ ਬਲ ਹੈ, ਉਹੀ ਮੇਰਾ ਬਚਾਓ ਹੈ। ਯਹੋਵਾ ਮੇਰਾ ਬਲ ਤੇ ਗੀਤ ਹੈ। ਯਹੋਵਾ ਮੇਰਾ ਬਲ ਤੇ ਗੀਤ ਹੈ, ਉਹ ਹੀ ਮੇਰਾ ਬਚਾਓ ਹੈ।
मेरा बल भी वो आ, मेरा गीत भी वो आ, मेरा बचाओ भी वो आ परमेश्वर। फिर अगली तुख विच अगली अगली पंक्ति विच क्या, ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਦੇ ਜਕਾਰੇ ਦੀ ਆਵਾਜ਼, ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਦੇ ਜਕਾਰੇ ਦੀ ਆਵਾਜ਼ ਹੈ। ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਦੇ ਜਕਾਰੇ ਦੀ ਆਵਾਜ਼ ਹੈ। ਸੱਜਾ ਹੱਥ ਰੱਖਣਾ ਆਪਣਾ ਉੱਚਾ। ਹਜੇ ਮਾੜਾ ਮਾੜਾ ਸਮਝਾ ਰਹੇ ਹਾਂ, ਬਹੁਤ ਵਿਧੀ ਗੁੱਡ। ਆਪਾਂ ਕੱਲ ਨੂੰ ਹੋਰ ਜਦੋਂ ਭਰਾਂਗੇ ਫਿਰ ਦੱਸਾਂਗੇ। ਧਰਮੀਆਂ ਦੇ ਡੇਰਿਆਂ ਵਿੱਚ ਇਹਨੂੰ ਕਿੱਦਾਂ ਬੋਲਣਾ ਆ, ਕਿੱਦਾਂ ਕਿੱਦਾਂ ਕਰਨਾ ਆ, ਉਹ ਗਾਂ ਦੱਸਾਂਗੇ ਕੱਲ ਨੂੰ। ਐਸੇ ਤੇ ਚੱਲਣਾ ਹਜੇ ਆਪਾਂ। ਅੱਜ ਤੇ ਮੋਟਾ ਮੋਟਾ ਥੋੜਾ ਜਿਹਾ ਊੜਾ ਊੜਾ ਊੜਾ, ਜਿਵੇਂ ਬੱਚੇ ਨੂੰ ਪਹਿਲੋਂ ਊੜਾ ਵਾਹ ਕੇ ਤੇ ਉੱਤੇ ਬਹਿ ਜਾਂਦਾ, ਫਿਰ ਉੱਤੇ ਦਿੱਤਾ ਜਾਂਦੀ ਸ਼ਾਹੀ ਇਹ ਪੈਨਸਲ ਦੇ ਉੱਤੇ। ਹੁਣ ਤੂੰ ਕਰ 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 ਕਰ। ਕੱਲ ਨੂੰ ਥੋੜਾ ਜਿਹਾ ਹੋਰ ਕੀਤਾ ਜਾਊਗਾ, ਲਿਖਾਇਆ ਜਾਊਗਾ। ਧਾਰਮਿਕ ਜ਼ਬੂਰ 118 14 15 16 ਤੇ 17, ਯਹੋਵਾ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈ। ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਦੇ ਜਕਾਰਿਆਂ ਦੀਆਂ ਆਵਾਜ਼ਾਂ, ਬਚਾਓ ਦੇ ਜਕਾਰਿਆਂ ਦੀ ਆਵਾਜ਼ ਹੈ, ਬਚਾਓ ਦੇ ਜਕਾਰਿਆਂ ਦੀ ਆਵਾਜ਼ ਹੈ ਧਰਮੀਆਂ ਦੇ ਘਰ। ਤੇ ਅਸੀਂ ਧਰਮੀ ਬਣਨਾ ਆ। ਉਹ ਕਿੱਦਾਂ ਜਵਾਜ਼ਾਂ ਕੱਢਣੀਆਂ, ਆਪਾਂ ਕਿੱਦਾਂ ਕਰਨਾ, ਆਪਾਂ ਦੂਜੀ ਵੀਡੀਓ 'ਚੋਂ ਗੱਲ ਕਰਨੀ ਆ। ਫਿਰ ਕਹਿੰਦੇ ਧਰਮੀ ਯਹੋਵਾ ਦਾ ਸੱਜਾ ਹੱਥ, ਯਹੋਵਾ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। ਯਹੋਵਾ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। ਯਹੋਵਾ ਦਾ ਸੱਜਾ ਹੱਥ ਅੱਗੇ ਉੱਚਾ ਹੋਇਆ ਹੈ। ਯਹੋਵਾ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। ਯਹੋਵਾ ਦਾ ਸੱਜਾ ਹੱਥ ਉੱਚਾ ਹੋਇਆ ਹੈ। ਯਹੋਵਾ ਦਾ ਸੱਜਾ ਹੱਥ, ਫਿਰ ਲਿਖਿਆ ਤੀਜੀ ਵਾਰੀ, ਸੂਰਮਗਤੀ ਕਰਦਾ ਹੈ। 3 ਵਾਰੀ ਇਕੱਠਾ ਹੀ ਸੱਜਾ ਹੱਥ ਸੱਜਾ ਹੱਥ ਸੱਜਾ ਹੱਥ। ਪਹਿਲੋਂ ਦੱਸਿਆ ਸੱਜਾ ਹੱਥ, ਫਿਰ ਦੱਸਿਆ ਸੱਜਾ ਹੱਥ, ਫਿਰ ਦੱਸਿਆ ਸੱਜਾ ਹੱਥ। ਹੁਣ ਇਕੱਠਾ ਹੀ 3 ਵਾਰੀ ਸੱਜਾ ਹੱਥ ਸੱਜਾ ਹੱਥ, ਉਹ ਸੱਜਾ ਹੱਥ। ਫਿਰ ਤਾਂ ਕੋਈ ਗੱਲ ਹੈਗੀ ਆ ਨਾ, ਜੋ ਡਾਇਰੈਕਟ ਪ੍ਰਿੰਸ ਨੇ ਸਾਨੂੰ ਦੱਸੀ ਆ ਬਈ ਇਹ ਵਿਧੀਆਂ ਆ, ਵਿਧੀਆਂ। ਅਸੀਂ ਤਾਂ ਕਈ ਵਾਰੀ ਇਹ ਬਚਨ ਪੜ੍ਹ ਬੋਲਦੇ ਹਾਂ ਤੇ ਆਪਣੇ ਖੱਬਾ ਹੱਥ ਵਿੱਚ ਚਲਾਈ ਜਾਂਦੇ, ਵਿੱਚ ਸੱਜਾ ਚਲਾਈ ਜਾਂਦੇ, ਵਿੱਚ ਚਲਾਉਂਦੇ ਹੀ ਕੁਛ ਨਹੀਂ, ਕੋਈ ਵਾਹਨ ਵੀ ਨਹੀਂ ਚਲਾਉਂਦੇ। ਐਵੇਂ ਬਸ ਪੜ੍ਹ ਲਿਆ ਜੀ, ਉੱਤੋਂ ਬਾਈਬਲ ਬਚਨ ਪੜ੍ਹ ਲਿਆ ਤੇ ਚੱਲ ਜੀ ਪੜ੍ਹ ਲਿਆ ਤੇ ਹੋ ਗਿਆ। ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਗੱਲ ਬਣਨੀ। ਗੱਲ ਬਣਨੀ ਹੈ, ਕੁਛ ਕਰਨਾ ਪੈਣਾ ਹੈ, ਕੁਛ ਕਰਨਾ ਪੈਣਾ ਹੈ। ਤੇ ਯਹੋਵਾ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾ ਦਾ ਸੱਜਾ ਹੱਥ ਸੁਰਮਗਤੀ ਕਰਦਾ ਹੈ। ਫਿਰ ਮੈਂ ਮਰਾਂਗਾ ਨਹੀਂ, 17 ਆਇਤ, ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ ਤੇ ਯਹੋਵਾ ਦੇ ਕੰਮਾਂ ਦਾ ਵਰਣਨ ਕਰਾਂਗਾ। ਮੈਂ ਮਰਾਂਗਾ ਨਹੀਂ, ਮੈਂ ਜੀਆਂਗਾ, ਯਹੋਵਾ ਦੇ ਕੰਮਾਂ ਦਾ ਵਰਣਨ ਕਰਾਂਗਾ, ਯਹੋਵਾ ਦੇ ਕੰਮਾਂ ਦਾ ਪ੍ਰਚਾਰ ਕਰਾਂਗਾ। ਮੈਂ ਨਹੀਂ ਮਰਾਂਗਾ, ਮੈਂ ਜੀਵਾਂਗਾ, ਯਹੋਵਾ ਦੇ ਕੰਮਾਂ ਦਾ ਪ੍ਰਚਾਰ ਕਰਾਂਗਾ, ਵਰਣਨ ਕਰਾਂਗਾ। ਆਮੀਨ ਆਮੀਨ ਆਮੀਨ। ਇਹ ਢੰਗ ਜਿਹੜੇ ਆ ਨਾ, ਇਹ ਆਪਾਂ ਸਿੱਖਣੇ ਆ। ਸਭ ਤੋਂ ਪਹਿਲਾਂ ਸੱਜੇ ਤੇ ਖੱਬੇ ਦੀ ਪਛਾਣ ਕਰਨੀ ਆ। ਇਹ ਵੀ ਵਾਹਨ ਆ, ਇਹ ਵੀ ਵਾਹਨ ਆ, ਬੜੇ ਤਕੜੇ ਵਾਹਨ ਆ ਦੋਨੇ ਹੀ। ਹਥਿਆਰ ਆ ਦੋਨੋਂ ਹੀ, ਦੋਨੋਂ ਹਥਿਆਰ ਆ। ਫਿਰ ਤੁਸੀਂ ਦੇਖਣਾ ਕਿ ਉਹ ਇੱਕ ਗੱਲ ਵਿੱਚ ਦੱਸਦਾ ਆ, ਕਹਿੰਦਾ ਕਿ ਅਫਰੀਕਾ ਦੇ ਵਿੱਚ ਮੇਰਾ ਖਿਆਲ, ਕਹਿੰਦਾ ਕਿ ਜਦੋਂ ਮੈਂ ਪ੍ਰਚਾਰ ਕਰਦਾ ਸੀਗਾ ਸਟੇਜ 'ਤੇ ਪੁਲਪਟ 'ਤੇ, ਅਤੇ ਇੱਕ ਠੀਕ ਠੀਕ ਸਿਆ, ਨਾ ਕੋਈ ਖਾਸ ਧਨੀ ਵੀ ਨਹੀਂ ਤੇ ਖਾਸ ਕੰਗਾਲ ਵੀ ਨਹੀਂ, ਸੋਹਣੇ ਕੱਪੜੇ ਪਹਿਨੇ ਹੋਏ ਇੱਕ ਮੁੰਡਾ 40 ਕੁ ਸਾਲ ਦੀ ਉਮਰ ਦਾ ਆਇਆ, ਅਤੇ ਉਹਦੇ ਪੈਰਾਂ 'ਤੇ ਡਿੱਗਣ ਪਿਆ। ਕਹਿੰਦਾ ਜੇ ਮੈਂ ਉਹਨੂੰ ਨਾ ਹਟਾਉਂਦਾ ਤਾਂ ਮੇਰੇ ਪੈਰ ਚੁੰਮ ਲੈਂਦਾ। ਕਹਿੰਦਾ ਉਹਨੂੰ, ਕਹਿੰਦਾ ਵੀ ਮੈਂ ਇੰਨਾ ਦੁਖੀ ਸੀ ਵੀ ਮੈਂ ਆਪਣੇ ਜੀਵਨ ਤੋਂ ਲਾ ਕੇ 40 ਸਾਲ ਦਾ ਹੋ ਗਿਆ, ਇੱਕ ਦਿਨ ਵੀ ਮੈਂ ਸੁੱਖ ਦਾ ਸਾਹ ਨਹੀਂ ਲਿਆ। ਇਹਦਾ ਮਤਲਬ ਪ੍ਰਭੂ ਦੇ ਵਿੱਚ ਤਾਂ ਹੈਗਾ ਹੀ ਸੀ। ਹੋ ਸਕਦਾ ਉਹ ਜਨਮ ਤੋਂ ਹੀ ਪ੍ਰਭੂ 'ਚ ਸੀਗਾ, ਪਤਾ ਨਹੀਂ ਕਦੋਂ ਤੋਂ ਸੀਗਾ, ਪਰ ਉਹ ਪਹਿਲਾਂ ਵੀ ਤਾਂ ਬਹੁਤ ਸੁਣਦਾ ਸੀਗੇ ਸਤਸੰਗ ਸਭ ਕੁਛ। ਪਰ ਹੁਣ ਜਦੋਂ ਉਹਨੇ ਇਹਦਾ ਡੈਰਕ ਪ੍ਰਿੰਸ ਦਾ ਸਤਸੰਗ ਸੁਣਿਆ, ਜਿੱਦਾਂ ਹੀ ਉਹਨੇ ਕਿਹਾ ਇੱਦਾਂ ਕਰੋ ਇੱਦਾਂ ਕਰੋ ਇੱਦਾਂ ਕਰੋ, ਅਤੇ ਉਹਨੇ ਕਰਨਾ ਸ਼ੁਰੂ ਉਸ ਹਫ਼ਤੇ ਵਿੱਚ ਕਰ ਦਿੰਦਾ। ਹਫ਼ਤੇ ਬਾਅਦ ਗਿਆ, ਕਹਿੰਦਾ ਇੱਕ ਹਫ਼ਤੇ ਜੇ
ਡੈਰਕ ਪ੍ਰਿੰਸ ਨੂੰ ਕਹਿੰਦਾ ਮੇਰੀ ਜ਼ਿੰਦਗੀ ਚੇਂਜ ਹੋ ਗਈ, ਮੇਰੀ ਜ਼ਿੰਦਗੀ ਬਦਲ ਗਈ। ਉਹਦੇ ਪੈਰਾਂ ਤੇ ਆਣ ਕੇ ਉਹ ਡਿੱਗਣ ਨੂੰ ਮਤਲਬ ਡਿੱਗ ਪਿਆ ਕਿ ਕਿਸਮ ਦਾ, ਤੇ ਉਹਨੇ ਫੜ ਲਿਆ ਹੋਣਾ। ਇੱਕ ਕਹਿੰਦਾ ਮੈਂ ਆਪਣੇ ਪੈਰ ਚੁੰਮਣ ਨਹੀਂ ਦਿੱਤੇ। ਤੇ ਉਹ ਇਹ ਵਾਰਤਾ ਦੱਸਦਾ ਆ ਕਿ ਇਸ ਤਰ੍ਹਾਂ ਇੱਕ ਨਹੀਂ, ਹਜ਼ਾਰਾਂ ਦੇ ਹਜ਼ਾਰਾਂ ਬੇਗਿਣਤ ਜਿਹੜੇ ਘਰ ਰੁੜਦੇ ਹੋਏ ਵਸੇ, ਸਰਾਫਾਂ ਤੋਂ ਛੁਟਕਾਰਾ ਪਾ ਕੇ ਇਸ ਢੰਗ ਦੇ ਨਾਲ ਪ੍ਰਾਰਥਨਾ ਕਰਕੇ। ਤੇ ਜਿੰਨਾ ਚਿਰ ਆਪਾਂ ਨੂੰ ਭਾਈ ਢੰਗ ਚਾਹੀਦਾ, ਅਕਲੀ ਬਾਝੋਂ, ਅਕਲ ਤੋਂ ਬਗੈਰ ਅਕਲੀ ਸਾਹਿਬ ਸੇਵੀਏ ਤੇ ਅਕਲੀ ਪਾਈਏ ਮਾਣ। ਅਜੀਬ ਜਿਹੜੀ ਅਕਲ ਤੋਂ ਬਗੈਰ ਜਦੋਂ ਬੋਲਦੀ ਪੁਆੜੇ ਪਾ ਦਿੰਦੀ ਆ। ਜੀਭ ਤਾਂ ਉਹੀ ਆ ਨਾ, ਤੇ ਇਹੋ ਹੀ ਜੀਭ ਅਕਲ ਨਾਲ ਬੋਲਦੀ ਹੈ ਤੇ ਕਿੱਡਾ ਸੋਹਣਾ ਮੇਲ ਮਿਲਾਪ ਕਰ ਦਿੰਦੀ ਹੈ। ਬਚਨ ਤਾਂ ਪ੍ਰਭੂ ਦੇ ਉਹੋ ਹੀ ਆ, ਪਰ ਜਦੋਂ ਢੰਗ ਨਾਲ ਬੋਲੇ ਜਾਣਗੇ, ਸਾਨੂੰ ਕੋਈ ਸਮਝਾਵੇ ਵੀ ਢੰਗ ਕਿਹੜਾ ਆ। ਸਾਨੂੰ ਜ਼ਰੂਰਤ ਇਸ ਲਈ ਇਸ ਚੀਜ਼ ਦੀ ਆ। ਸਾਨੂੰ ਜ਼ਰੂਰਤ ਬਹੁਤ ਇਹ ਮੰਦਰ ਗੁਰਦੁਆਰੇ ਜਾਂ ਚਰਚ ਬਣਾਉਣ ਦੀ ਨਹੀਂਗੀ। ਹਰ ਥਾਂ ਸਾਨੂੰ ਜ਼ਰੂਰਤ ਹੈਗੀ ਆ ਢੰਗ ਸਿਖਾਇਆ ਜਾਵੇ ਕਿ ਦੂਜੇ ਜਿੰਨੇ ਵੀ ਸਰੋਤ ਆਉਣ, ਇੱਕ ਦਾਸ ਦੇ ਕੋਲ ਜਿੰਨੇ ਵੀ ਹੋਣ, ਉਹਨਾਂ ਨੂੰ ਇਸ ਹਿਸਾਬ ਨਾਲ ਵੰਡਿਆ ਜਾਵੇ ਵੀ ਇਹਨਾਂ ਨੇ ਪੈਨਸਲ ਬੁੱਕ ਲੈ ਕੇ ਕੀ ਲਿਖਿਆ, ਕੀ ਸਿੱਖਿਆ ਆ, ਕੀ ਤੁਰਿਆ, ਕੀ ਉਹਨਾਂ ਦੇ ਘਰ ਦੇ ਹਾਲਾਤ ਆ, ਬਦਲੇ ਆ ਜਾਂ ਨਹੀਂ, ਕਿ ਠੀਕ ਇੱਕ ਵਾਰੀ ਤੋਬਾ ਕਰਾਤੀ, ਬੈਪਟਾਈਜ਼ ਕਰਤਾ, ਫਿਰ ਮੁੜ ਕੇ ਪੁੱਛਿਆ ਹੀ ਨਹੀਂ। ਨਾ ਤਾਂ ਆਉਣ ਵਾਲਿਆਂ ਨੂੰ ਪਤਾ, ਨਾ ਕਰਾਉਣ ਵਾਲਿਆਂ ਨੂੰ ਪਤਾ। ਤੇ ਫਿਰ ਜ਼ਿੰਮੇਵਾਰੀ ਪਰਮੇਸ਼ਰ ਦੀ ਕੀ ਸਾਂਭੀ ਆ। ਆਪਾਂ ਜ਼ਿੰਮੇਵਾਰੀ ਦੀ ਤਰ੍ਹਾਂ ਇਹ ਕੰਮ ਜਿਹੜਾ ਆ, ਜਿੰਨਾ ਚਿਰ ਸਾਹ ਆ ਇਸ ਸਰੀਰ ਦੇ ਵਿੱਚ, ਜ਼ਿੰਮੇਵਾਰੀ ਦੀ ਤਰ੍ਹਾਂ ਇਹ ਰੂਹਾਂ ਜਿਹੜੀਆਂ ਆ, ਇਹਨਾਂ ਰੂਹਾਂ ਨੂੰ, ਸਰੋਤਿਆਂ ਨੂੰ, ਇਹਨਾਂ ਨੂੰ ਦੇ ਉੱਤੇ ਬਖਸ਼ਿਸ਼ ਐਸੀ ਮੰਗਣੀ ਆ ਕਿ ਜਿੰਨੇ ਸਰੋਤੇ ਸੁਣਨ, ਉਹਨੇ ਸਰੋਤੇ ਕਦੀ ਹੋ ਨਹੀਂ ਸਕਦਾ। ਹੱਥ ਤੇ ਸਰੋਂ ਜਮਾਉਣ ਵਾਲਾ ਕੰਮ ਪਰਮੇਸ਼ਰ ਦਾ ਬਚਨ ਕਰੂਗਾ। ਪਰਮੇਸ਼ਰ ਦਾ ਬਚਨ ਅਣਿਆਲੇ ਤੀਰ ਆ, ਜਿੱਥੇ ਲੱਗ ਜਾਂਦੇ ਉੱਥੇ ਖੁੱਭ ਜਾਂਦਾ। ਪਰ ਜੇਕਰ ਉਹ ਕਹਿੰਦਾ ਇਹ ਵਸਤੂ ਕੁੱਤਿਆਂ ਨੂੰ ਨਾ ਪਾਓ, ਇਹ ਵਸਤੂ ਨਰਮੋਲ ਖੀਰੇ ਸੂਰਾਂ ਨੂੰ ਨਾ ਸੁੱਟੋ, ਐਸਾ ਨਾ ਹੋਵੇ ਤੁਹਾਨੂੰ ਹੀ ਪਾੜ ਖਾਣ, ਇੱਦਾਂ ਵੀ ਹੋ ਜਾਣੀ ਆ। ਇਹ ਬਚਨ ਤੁਹਾਨੂੰ ਵੀ ਪਾੜ ਕੇ ਖਾ ਸਕਦੇ ਆ ਜੇ ਤੁਸੀਂ ਕੁੱਤਿਆਂ ਨੂੰ ਤੇ ਸੂਰਾਂ ਨੂੰ ਪਾਏ ਤਾਂ। ਇੱਕ ਤਾਂ ਸਾਡੇ ਨਰਮੋਲਕ ਸਾਹ ਹੀਰੇ ਮੋਤੀ ਅਸੀਂ ਉਹ ਗਵਾ ਦਿੱਤੇ, ਹੰਕਾਰ ਨੂੰ ਪਾ ਦਿੱਤੇ। ਤੇ ਇੱਕ ਇਹ ਬਚਨ ਬੋਲੇ, ਬਚਨ ਪੜ੍ਹੇ, ਤੇ ਸਾਡੇ 'ਚ ਹੰਕਾਰ ਤੇ ਜਲਸ ਭਰ ਗਈ। ਸਾਡੇ 'ਚ ਮੈਂ ਦਾ ਬੱਕਰਾ ਬੋਲਣ ਲੱਗ ਗਿਆ। ਸਾਡੇ 'ਚ ਭੌਂ ਕਰਦਾ ਵੈੜਕਾ ਟੱਪਣ ਲੱਗ ਗਿਆ। ਪੈਰ ਵੀ ਮਾਰਦਾ, ਖੁਰ ਵੀ ਮਾਰਦਾ, ਸਿੰਗ ਵੀ ਮਾਰਦਾ, ਮੈਂ ਵੱਡਾ। ਤੇ ਫਿਰ ਸਮਝ ਲਓ ਇਹ ਨਰਮੋਲਕ ਹੀਰੇ ਆਪਣੇ ਅੰਦਰ। ਅਸੀਂ ਕਹਿੰਦੇ ਉਹ ਫਲਾਣੇ ਨੂੰ ਗੱਲ ਦੱਸੀ ਸੀਗੀ ਪਰਮੇਸ਼ਰ ਦੀ, ਉਹ ਸੁਣਨ ਨੂੰ ਤਿਆਰ ਨਹੀਂ। ਤੇ ਦੂਜਾ ਅੱਗੇ ਪਤਾ ਕੀ ਕਹਿੰਦਾ, ਉਹ ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ, ਸੂਰਾਂ ਅੱਗੇ ਮੋਤੀ ਨਾ ਸੁੱਟੋ। ਅਸੀਂ ਕਿਸੇ ਨੂੰ ਕੁੱਤੇ ਸੱਦਿਆ, ਅਸੀਂ ਕਿਸੇ ਨੂੰ ਸੂਰ ਸੱਦਿਆ। ਸੂਰ ਸਾਡੇ ਅੰਦਰ ਆ, ਕੁੱਤੇ ਸਾਡੇ ਅੰਦਰ ਆ, ਸਾਡੇ ਅੰਦਰ ਆ ਇਹ। ਅਸੀਂ ਆਪਣੇ ਅੰਦਰੋਂ ਇਹ ਕੁੱਤੇ ਤੇ ਸੂਰ ਮਾਰਨੇ ਆ। ਜਿੱਦਣ ਸਾਡੇ ਅੰਦਰੋਂ ਮਰ ਗਏ ਨਾ, ਸਭ ਦੇ ਮਰ ਗਏ। ਮਨ ਜੀਤੇ ਜਗ ਜੀਤ, ਜਿਹਨੇ ਆਪਣੇ ਆਪ ਨੂੰ ਜਿੱਤ ਲਿਆ, ਜਗ ਜਿੱਤਿਆ ਗਿਆ। ਜਗ ਜਿੱਤਿਆ ਗਿਆ, ਜਗ, ਹਾਂ ਜਗ ਜਿੱਤਿਆ ਗਿਆ। ਜਿੱਤ ਕੇ ਦੇਖੋ ਆਪਣੇ ਹੀਰੇ ਜਵਾਹਰਾਤ ਮੋਤੀ ਸਵਾਸਾਂ ਦੇ ਕੁੱਤਿਆਂ ਨੂੰ ਨਾ ਪਾਓ। ਹੰਕਾਰ ਖਾਈ ਜਾਂਦਾ ਈ, ਉਹ ਵੈਰ ਖਾਈ ਜਾਂਦਾ ਈ, ਉਹ ਜਲਸ ਖਾਈ ਜਾਂਦੀ, ਉਹ ਜੀਭ ਲਤਰ ਪਤਰ ਬੋਲਦੀ ਖਾਈ ਜਾਂਦੀ ਆ। ਜਲਸ ਕੁੱਤੀਆਂ ਖਾਈ ਜਾਂਦੀਆਂ, ਲਤਾੜੀ ਜਾਂਦੇ ਨਾ ਹੀਰੇ ਮੋਤੀਆਂ ਨੂੰ। ਓਏ ਚੁਗ ਲਓ ਇਹ ਹੀਰੇ ਮੋਤੀ, ਸਾਂਭ ਕੇ ਇਹਨਾਂ ਨੂੰ ਆਪ ਵੀ ਖਾਓ ਤੇ ਦੂਜਿਆਂ ਨੂੰ ਵੀ ਵੰਡੋ। ਸੱਚਾਈ ਵੰਡੋ, ਹਰ ਇੱਕ ਨੂੰ ਮਾਸਟਰ ਬਣਾਓ ਇਸ ਚੀਜ਼ ਦਾ, ਉਹ ਦੂਜਿਆਂ ਨੂੰ ਵੰਡ ਸਕੇ। ਹਰ ਇੱਕ ਨੂੰ ਕਹੋ ਲੈ ਭਾਈ ਤੂੰ ਵੀ ਟੋਕਰਾ ਲੈ, ਵੰਡ ਛੇਤੀ ਕਰ। ਜਿੰਨਾ ਉਹ ਵੰਡੇ ਉਹਨੂੰ ਹੋਰ ਖੁਸ਼ੀ ਮਿਲੇ ਤੇ ਉਹ ਹੋਰ 2 ਟੋਕਰੇ, ਹੋਰ 4 ਟੋਕਰੇ। ਜਿੱਦਾਂ ਪਰਮੇਸ਼ਰ ਕਹਿੰਦਾ ਤੋੜੇ ਥੋੜੇ, ਜਦੋਂ ਤੂੰ ਸਹੀ ਤਰੀਕੇ ਨਾਲ ਵੰਡੇਗਾ ਤੈਨੂੰ ਹੋਰ ਦਊਂਗਾ, ਤੈਨੂੰ ਖਜ਼ਾਨੇ ਦੀ ਇੱਕ ਦਿਨ ਕੁੰਜੀਆਂ ਦਊਂਗਾ। ਤੇ ਫਿਰ ਸਾਨੂੰ ਡੂੰਘੀਆਂ ਗੱਲਾਂ ਉਹ ਸਮਝਾਉਂਦਾ ਅੰਦਰ ਬੈਠ ਕੇ। ਇੰਨੇ ਡੂੰਘੀਆਂ ਗੱਲਾਂ ਉਹ ਸਮਝਾਉਂਦਾ ਆ, ਓਹ ਹੈਰਾਨ ਰਹਿ ਜਾਂਦਾ ਬੰਦਾ। ਤੇ ਕਹਿੰਦੀ ਮੈਂ ਪਿਤਾ ਨੂੰ, ਆਪਣੇ ਨੂੰ, ਪਰਮੇਸ਼ਰ ਨੂੰ, ਪਿਤਾ ਮੈਨੂੰ 5-4 ਵਾਰੀ ਰਿਪੀਟ ਕਰ ਦੇ ਮੇਰੇ, ਕਿਉਂਕਿ ਮੈਂ ਜਦੋਂ ਇਹ ਸੇਵਾ ਕਰਨੀ ਆ ਕੋਈ ਬਚਨ ਭੁੱਲਾਂ ਨਾ, ਚੰਗੀ ਤਰ੍ਹਾਂ ਸੇਵਾ ਕਰ ਸਕਾਂ।
ਖੁੰਝ ਨਾ ਜਾਵੇ ਮੇਰੇ ਦਿਮਾਗ 'ਚੋਂ, ਕਿਉਂਕਿ ਉਸ ਵੇਲੇ ਅੱਖਾਂ ਬੰਦ ਹੁੰਦੀਆਂ ਆ, ਉਸ ਵੇਲੇ ਕੋਈ ਲਿਖਤ ਨਹੀਂ ਹੁੰਦੀ, ਸਿਰਫ ਇੱਥੇ ਯਾਦ ਦੇਣੀ ਉਹਨੇ, ਯਾਦ। ਇਸ ਕਰਕੇ ਇਹ ਜਿਹੜੇ ਬਚਨ ਆ, ਇਹ ਨਰਮੋਲ ਖੀਰੇ ਭਾਈ ਆ ਜਿਹੜੇ ਮਿਲੇ ਆ ਆਪਣਿਆਂ, ਨਾ ਇਹ ਬੀਬੀ ਕੁੱਤਿਆਂ ਨੂੰ ਪਾਵੇ, ਸੂਰਾਂ ਨੂੰ ਪਾਵੇ, ਤੇ ਨਾ ਸੁਰਤਿਓ ਤੁਸੀਂ ਪਾਇਓ। ਤੇ ਇਹਨੂੰ ਭੋਜਨ ਨੂੰ, ਇਹਨਾਂ ਹੀਰਿਆਂ ਮੋਤੀਆਂ ਨੂੰ ਇਕੱਠਾ ਕਰਕੇ ਖਾ, ਇਹਨਾਂ ਨੂੰ ਜਦੋਂ ਅੰਦਰ ਸਾਡੇ ਸਤ ਸੰਤੋਖ ਧਰਮ ਧੀਜ ਅਕਲ ਮਤ ਬੁੱਧ ਬੈਠ ਗਏ, ਅਸੀਂ ਉਹਨਾਂ ਨੂੰ ਪਾਏ ਤੇ ਕਿੰਨਾ ਫਲ ਲੈ ਕੇ ਆਉਣਗੇ, ਫਿਰ ਬਹੁਤ ਵੱਡਾ ਫਲ ਲੈ ਕੇ ਆਉਣਗੇ। ਇੰਨੀਆਂ ਗੱਲਾਂ ਨੂੰ ਥੋੜ੍ਹਾ ਜਿਹਾ ਜੇ ਸ਼ੁਰੂਆਤ ਆਪਾਂ ਕਰਦੇ ਹਾਂ ਇਹ 2 ਟੇਪਾਂ ਨੂੰ, ਇਸ ਤੋਂ ਗਾ ਤੀਜੀ ਆਉਣੀ ਸ਼ੁਰੂ ਹੋ ਜੂਗੀ। ਆਪਾਂ ਇੱਥੇ 2 ਹੋ ਗਈਆਂ ਆ, ਆਪਾਂ ਹੁਣ ਬੰਦ ਕਰਦੇ ਹਾਂ, 30 ਮਿੰਟਸ ਹੋ ਗਏ ਆ। ਤੇ ਅੱਗੇ ਤੋਂ ਅੱਗੇ ਤੁਹਾਨੂੰ ਪਤਾ ਲੱਗੂਗਾ ਕਿ ਪਰਮੇਸ਼ਰ ਜੀ ਸਾਨੂੰ ਕਿੱਦਾਂ ਕਹਿੰਦੇ ਆ, ਅਸੀਂ ਕਰਸ ਦੇ ਵਿੱਚੋਂ ਕਿੱਦਾਂ ਨਿਕਲਣਾ ਆ, ਤੇ ਅਸੀਂ ਆਪਣੇ ਆਪ ਤੇ ਰੋਜ਼ ਦੇ ਰੋਜ਼ ਕਰਸ ਕਿੱਦਾਂ ਪਾਉਂਦੇ ਆ। ਮੱਕੜੀ ਆਪਣਾ ਤਾਣਾ ਪੇਟਾ ਜਾਲਾ ਬਣਾ ਕੇ ਆਪੇ ਵਿੱਚ ਫਸ ਕੇ ਕਿੱਦਾਂ ਮਰਦੀ ਆ, ਤੇ ਨਾਲ ਹੀ ਪਰਮੇਸ਼ਰ ਨੇ ਕਿਹਾ ਕਿ ਜਿਹੜਾ ਤੂੰ ਆਪਣੇ ਆਪ ਤੇ ਕਰਸ ਪਾਏਗਾ ਉਹ ਤੇਰੇ ਤੇ ਨਵਾਂ ਬਣੂਗਾ, ਉਹਨੂੰ ਕੋਈ ਲਾ ਨਹੀਂ ਸਕਦਾ, ਉਹਨੂੰ ਪਰਮੇਸ਼ਰ ਵੀ ਨਹੀਂ ਲਾ ਸਕਦਾ, ਉਹਨੂੰ ਤੈਨੂੰ ਆਪੇ ਲਾਉਣਾ ਪਊਗਾ। ਜਿੱਦਾਂ ਉਹ ਦੱਸਿਆ ਜਾਊਗਾ ਐਨ ਸਜਾ ਕੇ ਦੱਸਿਆ ਜਾਊਗਾ, ਜਿਸ ਤਰ੍ਹਾਂ ਪਤਰਸ ਦੇ ਕੋਲੋਂ ਗਲਤੀ ਹੋਈ ਤੇ ਜਦੋਂ ਕਿਹਾ ਸੀ ਪਰਮੇਸ਼ਰ ਨੂੰ, ਯਿਸੂ ਮਸੀਹ ਨੂੰ, ਮੈਂ ਨਹੀਂ ਜਾਣਦਾ, 3 ਵਾਰੀ ਕਿਹਾ ਸੀ ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ। ਤੇ ਜਦੋਂ ਪਰਮੇਸ਼ਰ ਆਤਮਾ ਦੇ ਵਿੱਚ ਜਦੋਂ ਕਬਰ ਦੇ ਵਿੱਚੋਂ ਨਿਕਲ ਕੇ ਆਇਆ, ਤੇ ਫਿਰ ਉਹਦੇ ਕੋਲੋਂ ਬਚਨ ਮੋੜ ਕੇ 3 ਵਾਰੀ ਕਹਾ, ਪਤਰਸ ਤੂੰ ਮੈਨੂੰ ਪਿਆਰ ਕਰਦਾ ਹੈ, ਪਤਰਸ ਤੂੰ ਮੈਨੂੰ ਪਿਆਰ ਕਰਦਾ ਆ, ਪਤਰਸ ਤੂੰ ਮੈਨੂੰ ਪਿਆਰ ਕਰਦਾ। ਤੇ ਪਤਰਸ ਬਹੁਤ ਪਰੇਸ਼ਾਨ ਹੋਇਆ ਤੀਜੀ ਵਾਰੀ ਕਿ ਪ੍ਰਭੂ ਮੈਂ ਇੰਨਾ ਪਿਆਰ ਕਰਦਾ, ਤੁਸੀਂ ਮੈਨੂੰ ਵਾਰ-ਵਾਰ ਕਿਉਂ ਕਹਿ ਰਹੇ। ਪਰਮੇਸ਼ਰ ਨੇ ਕਿਹਾ 3 ਵਾਰੀ ਇਨਕਾਰ ਕੀਤਾ ਸੀ, ਤੇ ਉਹ ਸਰਾਪ ਹੋ ਗਿਆ ਸੀ, ਸਰਾਪ ਆਪਣੇ ਆਪ ਤੇ। ਨਿਊ ਟੈਸਟਮਨੀ ਦੇ ਵਿੱਚ ਉਹ ਪਤਰਸ ਤੇ ਆਪਣੇ ਆਪ ਤੇ ਸਰਾਪ ਕਰਸ ਹੋ ਗਿਆ ਸੀ ਕਿ ਉਹ ਗਾਂ ਨਹੀਂ ਸੀ ਕਦੀ ਵੀ ਪਰਮੇਸ਼ਰ ਦੇ ਨਾਲ ਜੁੜ ਸਕਦਾ ਤੇ ਵੱਧ ਸਕਦਾ, ਜਿੰਨਾ ਚਿਕਰ ਉਹਦੇ ਕੋਲੋਂ ਬੁਲਾ ਕੇ ਉਹਦੇ ਮੂੰਹ ਚੋਂ ਹਾਂ ਮੈਂ ਪਿਆਰ ਕਰਦਾ ਆ, ਪ੍ਰਭੂ ਜੀ ਤੈਨੂੰ ਮੈਂ ਪਿਆਰ ਕਰਦਾ ਆ, ਪ੍ਰਭੂ ਜੀ ਮੈਂ ਤੈਨੂੰ ਪਿਆਰ ਕਰਦਾ ਆ। ਤੇ ਫਿਰ ਉਹ ਕਰਸ ਨੂੰ ਉਸੇ ਵੇਲੇ ਉਤਾਰਿਆ ਸੀਗਾ। ਇਹ ਵੀ ਸਾਰੀ ਡੈਰਕ ਪ੍ਰਿੰਸ ਨੇ ਗੱਲ ਦੱਸੀ, ਇਹ ਗੱਲਾਂ ਸਭ ਸੱਚੀਆਂ ਆ, ਤੇ ਉੱਥੇ ਕੀਤਾ ਵੀ ਗਿਆ, ਵਰਣਨ ਵੀ ਕੀਤਾ ਗਿਆ ਆ। ਤੋ ਆਪਾਂ ਹੁਣ 2 ਮਿੰਟ ਉੱਤੇ ਹੋਰ ਹੋ ਗਏ, ਸਮਾਪਤੀ ਕਰੀਏ। ਇਹਨਾਂ ਨੂੰ ਹੁਣ ਸਮਝਣਾ ਸ਼ੁਰੂ ਕਰਿਓ, ਇਹ ਜੋ ਦੱਸਿਆ ਆ ਇਹਨਾਂ ਨੂੰ ਕੱਢ ਕੇ ਬਾਈਬਲ ਵਿੱਚੋਂ ਬਚਨ ਪੜ੍ਹਨੇ ਆ ਔਰ ਜ਼ਬਾਨੀ ਕੰਠ ਕਰਨੇ ਆ। ਜ਼ਬਾਨੀ ਕੰਠ ਕਰਕੇ ਤੇ ਜ਼ਬਾਨੀ ਅੱਖਾਂ ਬੰਦ ਕਰਕੇ ਬੋਲਣ ਵਾਲੇ ਬਣਨਾ ਪਹਿਲਾਂ, ਕਿਉਂ ਫਿਰ ਤੁਸੀਂ ਜ਼ਬਰਦਸਤ ਕਿੱਦਾਂ ਆਪਾਂ ਇਹਨਾਂ ਨੂੰ ਕਿੱਦਾਂ ਕਰਨਾ ਆ ਉਹ ਤੁਹਾਨੂੰ ਸਿਖਾਇਆ ਜਾਊਗਾ। ਅੱਜ ਮਾਮੂਲੀ ਜਿਹਾ ਮਾੜਾ ਮੋਟਾ ਉੜੇ ਐੜੇ ਦੀ ਤਰ੍ਹਾਂ ਜਿੰਨਾ ਪਰਮੇਸ਼ਰ ਨੇ ਦਇਆ ਕੀਤੀ ਆ ਉਹਨਾਂ ਤੁਹਾਡੇ ਮੂਹਰੇ ਪੇਸ਼ ਹੋਇਆ। ਗਾਂ ਹੈ ਤਾਂ ਬਥੇਰਾ ਹੋਰ, ਪਰ ਖਜ਼ਾਨੇ ਪਰਮੇਸ਼ਰ ਨੇ ਭਰੇ ਪਏ ਆ, ਭਾਵੇਂ ਕੋਈ ਰਾਤ ਦਿਨ ਇਸ ਬੀਬੀ ਨੂੰ ਲਾਈ ਛੱਡੇ, ਮੁੱਕਦੇ ਨਹੀਂ ਹੈਗੇ। ਪਰ ਆਪਾਂ ਸਮਝਣ ਵਾਲਿਆਂ ਨੇ ਤਾਂ ਫਿਰ ਇੰਨਾ ਕੁਛ ਜ਼ਿਆਦਾ ਫਟਾਫਟ ਸਮਝ ਨਹੀਂ ਸਕਦੇ ਨਾ, ਇਸ ਕਰਕੇ ਹੌਲੀ ਹੌਲੀ ਥੋੜ੍ਹਾ ਇਹਨੂੰ ਸਮਝੀਏ ਤੇ ਪਰਮੇਸ਼ਰ ਦਇਆ ਕਰੇ। ਸਵਰਗੀ ਪਿਤਾ ਤੂੰ ਬੁਲਾਇਆ, ਤੇਰੀ ਮਿਹਰ ਹੋਈ, ਤੂੰ ਇਹ ਸਮਾਂ ਦਿੱਤਾ, ਇਹ ਸਮਾਂ ਸੁਹਾਵਣਾ ਬਣਾਇਆ। ਹੇ ਪਿਤਾ ਤੇਰਾ ਵੱਡਾ ਧੰਨਵਾਦ। ਹੋਈਆਂ ਭੁੱਲਾਂ ਦੀ ਪਿਤਾ ਤੂੰ ਹਰ ਵੇਲੇ ਖਿਮਾ ਦਿੰਦਾ ਆ, ਹਰ ਵੇਲੇ ਮਾਫੀਆਂ ਤੇ ਦਿਆਲਗੀਆਂ ਦਾ ਪਰਮੇਸ਼ਰ ਤੂੰ ਮਾਫੀਆਂ ਦੇਣ ਵਾਲਾ ਆ। ਹੇ ਮੇਰੇ ਪਿਤਾ ਸਾਨੂੰ ਮਾਫ ਕਰੀ, ਜੋ ਵੀ ਇਹ ਬਚਨ ਆ ਕਿਸੇ ਦੇ ਖਿਲਾਫ ਨਹੀਂ ਹੈਗੇ ਪਿਤਾ, ਤੇਰੇ ਸੱਚੇ ਤੇ ਸੁੱਚੇ ਹੀਰੇ ਮੋਤੀ ਇਹ ਵੰਡਣ ਜਾ ਰਹੇ ਆ ਤੇ ਤੂੰ ਵੰਡਣ ਜਾ ਰਿਹਾ ਪਿਤਾ। ਹਰ ਇੱਕ ਦਾ ਭਲਾ ਹੋਵੇ ਤੇ ਹਰ ਇੱਕ ਦੇ ਉੱਤੇ ਦਇਆ ਕਰੀ ਮੇਰੇ ਪਰਮੇਸ਼ਰ, ਮਿਹਰ ਕਰੀ। ਹਰ ਤੇਰਾ ਬਸਰ ਮੂੰਹ ਖੋਲੇ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲੇ ਤੇ ਸਾਰੀ ਤੇਰੀ ਦੁਨੀਆ ਤੇ ਜਿੰਨੇ ਵੀ ਆ ਦੁਨੀਆ ਜਨਰੇਸ਼ਨ ਤੇਰੀ ਪਾਪਾ ਸੁਖੀ ਵਸੇ। ਇਹੋ ਮੰਗਾ ਤੇਰੇ ਚਰਨਾਂ ਦੇ ਵਿੱਚ। ਮੇਰੇ ਪਿਆਰੇ ਪਿਤਾ ਜਿਹਾ ਪਿਆਰਾ ਪੁੱਤਰ ਇਕਲੌਤਾ ਬੇਟਾ ਯਿਸੂ ਨਾਸਰੀ, ਪਿਤਾ ਪੁੱਤਰ ਤੇ ਪਵਿੱਤਰ ਆਤਮਾ, ਪਿਤਾ ਯਿਸੂ ਨਾਸਰੀ ਦੇ ਇਕਲੌਤੇ ਬੇਟੇ ਦੇ ਨਾਂ 'ਚ ਮੁਕਤੀ ਦਾਤੇ ਦੇ ਨਾਂ ਦੇ ਵਿੱਚ ਅਸੀਂ ਮੰਗਦੇ ਹਾਂ ਤੇ ਅਸੀਂ ਪਾ ਲੈਂਦੇ ਹਾਂ। ਮਿਹਰ ਕਰੀ, ਦਇਆ ਕਰੀ। ਜੇ ਕੋਈ ਗਲਤੀ ਲੱਗੇ ਉਹਨੂੰ ਆਪ ਸੁਧਾਰ ਲੈਣਾ, ਜੇ ਕੋਈ ਸਹੀ ਗੱਲ ਨਾ ਲੱਗੇ ਬੋਲਾਂ ਦੇ ਵਿੱਚ ਤੁਹਾਨੂੰ ਖੁਦ ਸੁਧਾਰ ਲਿਓ ਤੇ ਭੁੱਲਾਂ ਚੁੱਕਾਂ ਦੀ ਖਿਮਾ ਦਿਓ। ਆਮੀਨ ਆਮੀਨ।